ਦੋਸਤੋ ਅੱਜ ਦਾ ਸਾਡਾ ਮੌਜੂ ਇਹ ਵੇ ਕਿ ਕਿਸਾਨਾਂ ਦੇ 50% ਤੋਂ ਜ਼ਿਆਦਾ ਕੱਟੇ ਔਰ ਵੱਛੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹ ਕਿਉਂ ਮਰਦੇ ਨੇ। ਉਹਦੀਆਂ ਕੋਈ ਦੋ ਤਿੰਨ ਵਜੂਹਾਤ ਨੇ, ਉਹ ਅੱਜ ਅਸੀਂ ਤੁਹਾਡੇ ਸਾਹਮਣੇ ਰੱਖਾਂਗੇ। ਉਹਦੀ ਸਭ ਤੋਂ ਪਹਿਲੀ ਵਜ੍ਹਾ ਉਹ ਇਹ ਵੇ ਕਿ ਜਦੋਂ ਇੱਕ ਜਾਨਵਰ ਬੱਚਾ ਦਿੰਦਾ ਹੈ, ਉਹ ਬੱਚਾ ਛੋਟਾ ਹੁੰਦਾ ਹੈ, ਅਸੀਂ ਕੀ ਕਰਨੇ ਆ, ਅਸੀਂ ਡਰਦਿਆਂ ਹੋਇਆਂ ਹੀ ਉਹਨੂੰ ਦੁੱਧ ਥੋੜ੍ਹਾ ਛੱਡਨੇ ਆ, ਕਿਤੇ ਇਹਦਾ ਮਿਹਦਾ ਨਾ ਖਰਾਬ ਹੋ ਜਾਏ, ਇਹਨੂੰ ਡਾਇਰੀਆ ਨਾ ਹੋ ਜਾਏ। ਅੱਛਾ, ਸਟਾਰਟਿੰਗ ਤੇ ਅਸੀਂ ਉਹਨੂੰ ਦੁੱਧ ਥੋੜ੍ਹਾ ਛੱਡਦੇ ਹਾਂ, ਬੋਲਾ ਥੋੜ੍ਹਾ ਛੱਡੀਦਾ ਜਦੋਂ ਬੋਲਾ ਦੁੱਧ ਹੁੰਦਾ, ਔਰ ਉਸ ਤੋਂ ਬਾਅਦ ਆਸਤਾ ਅਸੀਂ ਜਿਹੜਾ ਨਾ ਕੋਈ ਹਫਤੇ 10 ਦਿਨ ਤੋਂ ਬਾਅਦ 20 ਦਿਨ ਤੋਂ ਬਾਅਦ ਦੁੱਧ ਅਸੀਂ ਇਹਨੂੰ ਜ਼ਿਆਦਾ ਰੂਟੀਨ ਤੋਂ ਜ਼ਿਆਦਾ ਛੱਡਣ ਲੱਗ ਪੈਂਦੇ ਹਾਂ। ਉਹਦੇ ਨਾਲ ਫਿਰ ਹੁੰਦਾ ਕੀ ਹੈ ਕਿ ਪਹਿਲੇ ਮਿਹਦੇ ਦੀ ਇੰਨੀ ਕਪੈਸਿਟੀ ਨਹੀਂ ਬਣੀ ਹੁੰਦੀ ਕਿ ਉਹ ਜਿਹੜਾ ਨਾ ਦੁੱਧ ਨੂੰ ਬਰਦਾਸ਼ਤ ਕਰ ਸਕੇ, ਕਿਉਂਕਿ ਅਸੀਂ ਥੋੜ੍ਹਾ ਦੁੱਧ ਉਹਨੂੰ ਦੇ ਰਹੇ ਹੁੰਦੇ ਹਾਂ। ਬਾਅਦ 'ਚ ਉਹਦੀ ਕਪੈਸਿਟੀ ਤੋਂ ਜ਼ਿਆਦਾ ਅਸੀਂ ਜਦੋਂ ਦੁੱਧ ਛੱਡਣ ਲੱਗ ਪੈਂਦੇ ਹਾਂ ਅਤੇ ਉਹਨੂੰ ਡਾਇਰੀਆ ਹੋ ਜਾਂਦਾ ਹੈ, ਔਰ ਵੱਛਾ ਜਾਂ ਕੱਟਾ ਜਿਹੜਾ ਉਹ ਵਾਹਣ ਲੱਗ ਪੈਂਦਾ, ਔਰ ਆਖਰਕਾਰ ਉਹਦੀ ਉਹ ਹੀ ਜਿਹੜਾ ਡਾਇਰੀਆ ਹੈ ਉਹਦੀ ਮੌਤ ਦਾ ਸਬਬ ਬਣ ਜਾਂਦਾ ਹੈ। ਦੂਸਰੇ ਨੰਬਰ 'ਤੇ ਜਿਹੜੀ ਸਭ ਤੋਂ ਵੱਡੀ ਔਰ ਮੇਨ ਵਜ੍ਹਾ ਹੈ ਉਹ ਇਹ ਵੇ ਕਿ ਇਹ ਇੱਕ ਜਾਨਵਰ ਹੈ, ਇਹ ਇੱਕ ਬੱਚਾ ਹੈ। ਇਹ ਫਰਜ਼ ਕਰੋ ਇਹ ਅੱਜ ਪਹਿਲੇ ਦਿਨ ਦਾ ਪੈਦਾ ਹੋਇਆ ਹੈ, ਪਹਿਲੇ ਦਿਨ ਤੋਂ ਲੈ ਕੇ ਇਹ ਡਾਕਟਰ ਵੀ ਇਹ ਗੱਲ ਕਹਿੰਦੇ ਨੇ, ਪਹਿਲੇ ਦਿਨ ਤੋਂ ਲੈ ਕੇ ਤੇ 3 ਮਹੀਨੇ ਤੱਕ ਇੱਕ ਜਿਹੜਾ ਜਾਨਵਰ ਦਾ ਬੱਚਾ ਹੁੰਦਾ ਹੈ ਉਹਨੂੰ ਪ੍ਰੋਪਰ ਦੁੱਧ ਪਿਲਾਉਣਾ ਚਾਹੀਦਾ, ਉਹਦੇ ਅੱਗੇ ਚਾਰਾ ਨਹੀਂ ਪਾਉਣਾ ਚਾਹੀਦਾ। ਇਹ ਬੜੀ ਜਿਹੜੀ ਨਾ ਉਹ ਵਾਜ਼ੇ ਔਰ ਅਥੈਂਟਿਕ ਗੱਲ ਜੇ ਕਿ ਉਹਦੇ ਅੱਗੇ ਚਾਰਾ ਨਹੀਂ ਅਸੀਂ ਪਾਉਣਾ 3 ਮਹੀਨੇ ਤੱਕ, ਸਿਰਫ ਅਸੀਂ ਉਹਨੂੰ ਦੁੱਧ 'ਤੇ ਪਾਲਣਾ। ਅੱਛਾ, ਉਹਨੂੰ ਦੁੱਧ 'ਤੇ ਪਾਲਣ ਦੀ ਵਜ੍ਹਾ ਕੀ ਹੈ? ਸਭ ਤੋਂ ਵੱਡੀ ਵਜ੍ਹਾ ਉਹਦੀ ਇਹ ਵੇ ਕਿ ਉਹਦੇ ਜਿਹੜਾ ਮਿਹਦਾ ਹੈ, ਜਿਹੜੇ ਉਹਦੇ ਹੈਗਾ ਇਹ ਉਜਰੀ ਹੈ, ਜਿਹੜੀ ਉਜਰੀ ਦੇ ਅੰਦਰ ਅਸੀਂ ਜਦੋਂ ਕਿਸੇ ਜਾਨਵਰ ਦੀ ਉਜਰੀ ਖੋਲ੍ਹਦੇ ਹਾਂ ਤਾਂ ਅੰਦਰੋਂ ਵਾਲ ਜਿਹੜੇ ਬਣੇ ਹੁੰਦੇ ਨੇ, 3 ਮਹੀਨੇ ਲੱਗਦੇ ਨੇ ਉਹਦੇ ਵਾਲ ਬਣਨ ਦਾ ਪ੍ਰੋਸੈਸ ਮੁਕੰਮਲ ਹੁੰਦਾ ਹੈ, ਔਰ 3 ਮਹੀਨੇ ਤੋਂ ਬਾਅਦ ਉਹਦੀ ਉਜਰੀ ਮੁਕੰਮਲ ਹੁੰਦੀ ਹੈ। ਔਰ ਜਾਨਵਰ ਅਗਰ ਕੋਈ ਪੱਠੇ ਪੁੱਠੇ ਖਾਏ, ਕੋਈ ਤੂੜੀ ਖਾਏ ਤਾਂ ਫਿਰ ਉਹਨੂੰ ਹਜ਼ਮ ਕਰਨ ਦੇ ਕਾਬਲ ਹੁੰਦਾ ਹੈ। ਔਰ ਅਸੀਂ ਕੀ ਕਰਨੇ ਆ, ਅਸੀਂ ਕੋਈ 10-15 ਦਿਨ 20 ਦਿਨ ਜਾ ਨੂੰ ਦੁੱਧ ਛੱਡਿਆ, ਉਸ ਤੋਂ ਬਾਅਦ ਉਹਦੇ ਅੱਗੇ ਪੱਠੇ ਸੁੱਟਣਾ ਸ਼ੁਰੂ ਕਰ ਦੇ ਕੇ ਪੱਠਿਆਂ ਨੂੰ ਮੂੰਹ ਮਾਰੇ। ਹੁੰਦਾ ਕਿ ਉਹਦੀ ਉਜਰੀ ਮੁਕੰਮਲ ਨਹੀਂ ਹੋਈ ਹੁੰਦੀ, ਔਰ ਇਹ ਜਨਾਬ ਅਸੀਂ ਇਹ ਪੱਠੇ ਪਾਣੇ ਸ਼ੁਰੂ ਕਰ ਦਿੰਦੇ ਹਾਂ, ਉਹਦੀ ਉਜਰੀ ਬਰਦਾਸ਼ਤ ਨਹੀਂ ਕਰ ਸਕਦੀ, ਲਿਹਾਜ਼ਾ ਇਹਨਾਂ ਦੀ ਕੁਵਤ ਮੁਦਾਫਿਅਤ ਕਮਜ਼ੋਰ ਰਹਿ ਜਾਂਦੀ ਹੈ, ਜਿਹਦੇ ਵਜ੍ਹਾ ਤੋਂ ਬਿਮਾਰੀਆਂ ਦਾ ਹਮਲਾ ਹੁੰਦਾ ਹੈ ਔਰ ਜਾਨਵਰ ਜਿਹੜੇ ਨਾ ਉਹ ਜ਼ਾਇਆ ਹੋਣਾ ਸ਼ੁਰੂ ਹੋ ਜਾਂਦੇ ਨੇ। ਔਰ ਤਕਰੀਬਨ 50 ਤੋਂ 60% ਜਿਹੜੇ ਛੋਟੇ ਜਿਹੜੇ ਬੱਚੇ ਨੇ ਜਾਂ ਨੇ ਉਹ ਇਹਦੀ ਵਜ੍ਹਾ ਤੋਂ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ। ਇਹ ਬੜੀ ਹੀ ਅਹਿਮ ਔਰ ਕਾਬਲੇ ਗੌਰ ਬਾਤ ਹੈ। ਜਿਹੜੇ ਵੀ ਬੰਦੇ ਨੇ ਜਾਨਵਰ ਰੱਖੇ ਨੇ, ਗਾਈਆਂ ਰੱਖੀਆਂ ਜਾਂ ਮੱਝਾਂ ਰੱਖੀਆਂ, ਇਹਨਾਂ ਨੂੰ ਪ੍ਰੋਪਰ 3 ਮਹੀਨੇ ਦੁੱਧ ਜ਼ਰੂਰ ਛੱਡਣਾ ਹੈ ਔਰ ਸਿਰਫ ਇਹਨਾਂ ਨੂੰ ਦੁੱਧ 'ਤੇ ਪਾਲਣਾ। ਉਸ ਤੋਂ ਬਾਅਦ ਇਹਨਾਂ ਨੂੰ ਚਾਰਾ ਪਾਉਣਾ ਸ਼ੁਰੂ ਕਰੋ, ਤੁਸੀਂ ਤੂੜੀ ਪਾਉਣਾ ਸ਼ੁਰੂ ਕਰੋ, ਔਰ ਫਿਰ ਇਹਨਾਂ ਦੀ ਤੁਸੀਂ ਗਰੋਥ ਦੇਖਣਾ। ਇਹ ਅੱਜ ਹੋਰ ਤੇ ਕੱਲ੍ਹ ਨੂੰ ਹੋਰ ਹੋਣਗੇ। ਔਰ ਇਹ ਦੇਖੋ, ਇਹ ਹੁਣ ਇਹਨਾਂ ਦੇ ਵਿੱਚੋਂ ਕੁਝ ਜਾਨਵਰ ਨਜ਼ਰ ਆ ਰਹੇ ਨੇ, ਕੁਝ ਕਮਜ਼ੋਰ ਨੇ, ਕੁਝ ਸਿਹਤਮੰਦ ਨੇ, ਠੀਕ। ਇਹ ਵੇਖੋ, ਇਹ ਜਿਹੜੀ ਕੱਟੀ ਹੈ ਇਹਦਾ ਮਤਲਬ ਇਹ ਇਹਦੀ ਸਿਹਤ ਦੱਸਦੀ ਪਈ ਹੈ ਕਿ ਇਹਨੂੰ ਜਿਹੜਾ ਨਾ ਉਹ ਪ੍ਰੋਪਰ ਦੁੱਧ ਮਿਲਿਆ ਹੈ, ਠੀਕ ਹੈ। ਇਹ ਦੇਖੋ, ਇਹ ਮਾਸ਼ਾਅੱਲਾ, ਠੀਕ ਹੈ, ਇਹ ਕਿੱਡੀ ਪਿਆਰੀ ਹੈ, ਇਹਨੂੰ ਵੀ ਪ੍ਰੋਪਰ ਦੁੱਧ ਮਿਲਿਆ, ਇਹਦੀ ਸਿਹਤ ਦੱਸਦੀ ਪਈ ਹੈ। ਔਰ ਹੁਣ ਇਹ ਪੱਠਿਆਂ 'ਤੇ ਪਲਦੀ ਪਈ, ਇਹਨੂੰ ਕੋਈ ਪਰਵਾਹ ਨਹੀਂ ਹੈ। ਇਹ ਵੇਖੋ ਤੁਸੀਂ, ਇਹ ਹੁਣ ਮੈਂ ਤੁਹਾਨੂੰ ਦੱਸਣਾ ਇਹਦੇ ਬਾਰੇ ਹੁਣ ਕੀ ਖਿਆਲ ਹੈ। ਇਹਨੂੰ ਪ੍ਰੋਪਰ ਦੁੱਧ ਨਹੀਂ ਮਿਲਿਆ, ਇਹਦੀ ਕੁਵਤ ਮੁਦਾਫਿਅਤ ਕਮਜ਼ੋਰ ਹੈ। ਔਰ ਇਹ ਜਨਾਬ ਅੱਜ ਵੇਖੋ ਇਹਦੇ ਹਾਲਾਤ ਤੁਸੀਂ ਚੈੱਕ ਕਰੋ, ਇਹਦੀ ਜਿੰਨੀ ਮਰਜ਼ੀ ਸੇਵਾ ਕਰੋ, ਜੋ ਕੁਝ ਮਰਜ਼ੀ, ਇਹਨੇ ਇਸ ਤਰ੍ਹਾਂ ਦੇ ਇਸ ਰਹਿਣਾ। ਔਰ ख़ਾਸ ਤੌਰ 'ਤੇ ਇਹਦੀ ਜਿਹੜੀ ਆ ਸਫਾਈ ਸੁਥਰਾਈ ਹੈ, ਇਹਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਇਹ ਚੀਜ਼ਾਂ ਜਿਹੜੀਆਂ ਨਾ ਬਹੁਤ ਜ਼ਿਆਦਾ ਕਾਊਂਟ ਹੁੰਦੀਆਂ ਨੇ। ਔਰ ਮਿਲਨੇ ਅਸੀਂ ਇੱਕ ਨਏ ਵਲੋਗ ਦੇ ਨਾਲ, ਇਸੇ ਦੇ ਨਾਲ ਤੁਸੀਂ ਸਾਨੂੰ ਇਜਾਜ਼ਤ ਦੇਵੋ। ਅੱਲਾ ਹਾਫਿਜ਼।